ਸਤਨਾਮ ਸ੍ਰੀ ਵਾਹਿਗੁਰੂ ਜੀ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਿਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੋਗਤ ਡੰਡਾ ਪ੍ਰਤੀਤ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੈ ਬੇਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੋਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਬਿਭੂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਨੂੰ ਇਸ ਘੋਰ ਕਲਯੁਗ ਦੇ ਸਮੇਂ ਅੰਦਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰਬਾਣੀ ਦੀ ਵਿਚਾਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇੱਕ ਵਾਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬ ਨਿਵਾਜ ਸਤਿਗੁਰੂ ਜੀਓ, ਕਲਯੁਗ ਦਾ ਸਮਾਂ ਬਹੁਤ ਭਿਆਨਕ ਹੈ। ਜਿੱਧਰ ਵੀ ਨਜ਼ਰ ਮਾਰ ਕੇ ਦੇਖਦੇ ਹਾਂ, ਸਾਰੇ ਥਾਵਾਂ ਤੇ ਕਲਯੁਗ ਵਰਤ ਰਿਹਾ ਹੈ। ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ, ਇਸ ਕਲਯੁਗ ਦੇ ਪ੍ਰਭਾਵ ਤੋਂ ਕਿਵੇਂ ਬਚਿਆ ਜਾਵੇ। ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਆਖਿਆ ਸੀ, ਸਾਧੂ ਸੰਗ ਭਜਹੁ ਗੋਪਾਲ, ਆਨ ਸੰਜਮ ਕਿਛ ਨ ਸੂਝੈ। ਇਹ ਜਤਨ ਕਾਟ ਕਲ ਕਾਲ। ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਗੁਰਸਿੱਖੋ, ਸਾਧ ਸੰਗਤ ਇੱਕ ਉਹ ਅਸਥਾਨ ਹੈ ਜਿੱਥੇ ਆ ਕੇ ਹਰ ਗੁਰਸਿੱਖ ਮਾਈ ਭਾਈ ਕਲਯੁਗ ਦੇ ਪ੍ਰਭਾਵ ਤੋਂ ਰਹਿਤ ਹੋ ਜਾਂਦਾ ਹੈ। ਔਰ ਇੱਥੋਂ ਤੱਕ ਵੀ ਪੰਜਵੇਂ ਗੁਰਦੇਵ ਨੇ ਲਿਖਿਆ ਹੈ, ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾਹੁ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਓ ਦੂਤ।
ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆ ਜਾਂਦਾ ਹੈ, ਸਤਿਗੁਰੂ ਦੀ ਬਾਣੀ ਪ੍ਰਭੂ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਉਹਨੇ ਕਲਯੁਗ ਦੇ ਪ੍ਰਭਾਵ ਤੋਂ ਤੇ ਬਚ ਹੀ ਜਾਣਾ ਹੈ। ਪਰ ਉਹਦੇ ਨੇੜੇ ਤਾਂ ਜਮਦੂਤ ਵੀ ਨਹੀਂ ਆ ਸਕਦੇ। ਦੂਰ ਰਹੀਓ ਜਨ ਤੇ ਬਾਟ, ਜਮ ਤੇ ਰਾਖੈ ਦੇ ਕਰ ਹਾਥ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਇਆ ਹੈ, ਤਿਥੈ ਤੂੰ ਸਮਰੱਥ ਜਿਥੈ ਕੋਇ ਨਾਹੀਂ, ਉਥੈ ਤੇਰੀ ਰਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ, ਨਾਏ ਤੇਰਾ ਛੱਡ ਜਾਹੇ। ਹੇ ਵਾਹਿਗੁਰੂ ਜੀ, ਤੁਸੀਂ ਉੱਥੇ ਵੀ ਸਾਡੀ ਸਹਾਇਤਾ ਕਰਦੇ ਹੋ ਜਿੱਥੇ ਹੋਰ ਕੋਈ ਵੀ ਸਾਡੀ ਸਹਾਇਤਾ ਨਹੀਂ ਕਰ ਸਕਦਾ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਨ ਹਾਰੇ। ਪਾਵਕ ਸਾਗਰ ਅਥਾ ਲਹਿਰ ਮਹਿ, ਤਾਰੋ ਤਾਰਨ ਹਾਰੇ। ਸੱਚੇ ਪਾਤਸ਼ਾਹ, ਅਸਾਂ ਤੇ ਇਹ ਵੀ ਸੁਣਿਆ ਹੈ, ਤੇਰਾ ਨਾਮ ਲੈਣ ਦੇ ਨਾਲ ਜਮਦੂਤ ਵੀ ਛੱਡ ਜਾਂਦੇ ਹਨ। ਇਹ ਸਾਧ ਸੰਗਤ ਦਾ ਤੇ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਹੈ। ਸਤਿਗੁਰੂ ਦੀ ਬਾਣੀ ਨਾਮ ਦਾ ਹੀ ਸਰੂਪ ਹੈ। ਜਿਹੜੇ ਗੁਰਸਿੱਖ ਮਾਈ ਭਾਈ ਹਰ ਵੇਲੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਂਦੇ ਹਨ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆ ਸਕਦਾ। ਆਪ ਸੰਗਤਾਂ ਸਭ ਤੋਂ ਪ੍ਰਥਮ ਤੇ ਪ੍ਰਧਾਨ ਬਾਣੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਕੱਲ ਆਪ ਸੰਗਤਾਂ ਨੇ ਸੋਦਰ ਦੀ 27ਵੀਂ ਪੌੜੀ ਦੀ ਵਿਚਾਰ ਸਰਵਣ ਕੀਤੀ ਸੀ, ਜਿਸ ਦੇ ਅੰਦਰ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਾਹਿਗੁਰੂ ਦੇ ਦਰ ਘਰ ਦਾ ਜ਼ਿਕਰ ਕੀਤਾ ਹੈ ਅਤੇ ਇਸ ਦੇ ਨਾਲ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਤੇ ਦਰ ਘਰ ਤੇ ਕਿਹੋ ਜਿਹਾ ਵਰਤਾਰਾ ਵਰਤ ਰਿਹਾ ਹੈ। ਕੌਣ ਕੌਣ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰ ਰਹੇ ਹਨ। ਬਹੁਤ ਸੋਹਣੀ ਤੇ ਬਹੁਤ ਉੱਚੀ ਸੁੱਚੀ ਤੇ ਗਹਿਰ ਗੰਭੀਰ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ। ਸਿੱਧਾ ਨੇ ਹੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਵਾਲ ਕੀਤਾ ਸੀ, ਸੱਚੇ ਪਾਤਸ਼ਾਹ, ਅਸਾਂ ਸੁਣਿਆ ਹੈ ਤੁਸੀਂ ਸੱਚਖੰਡ ਦੇ ਵਿੱਚ ਜਾ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਕੀਤੇ ਹਨ। ਅਸਾਂ ਤੇ ਇਹ ਸੁਣਿਆ ਸੀ ਉਹ ਅਕਾਲ ਪੁਰਖ ਵਾਹਿਗੁਰੂ ਅਦ੍ਰਿਸ਼ਟ ਹੈ, ਗੋਪਤ ਹੈ, ਇਹਨਾਂ ਅੱਖਾਂ ਦੇ ਨਾਲ ਨਜ਼ਰ ਆਉਣ ਵਾਲਾ ਹੀ ਨਹੀਂ। ਪਰ ਮਹਾਰਾਜ, ਅਸੀਂ ਇਹ ਗੱਲ ਸੁਣ ਕੇ ਹੈਰਾਨ ਹਾਂ, ਜਿਸ ਨੂੰ ਹੋਰ ਧਰਮਾਂ ਵਾਲਿਆਂ ਨੇ ਅਦ੍ਰਿਸ਼ਟ ਮੰਨਿਆ ਸੀ, ਤੁਸੀਂ ਉਸ ਨੂੰ ਕਿਵੇਂ ਵੇਖ ਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਤੇ ਮੇਰੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰੇ ਅਨਾਇਤ ਹੁੰਦੀ ਹੈ, ਜਿਨ੍ਹਾਂ ਉਤੇ ਮੇਰਾ ਮਾਲਕ ਕਿਰਪਾ ਦ੍ਰਿਸ਼ਟੀ ਕਰਦਾ ਹੈ, ਫਿਰ ਉਹਨਾਂ ਦੇ ਐਸੇ ਗਿਆਨ ਦੇ ਨੇਤਰ ਖੋਲ ਦਿੰਦਾ ਹੈ, ਉਹਨਾਂ ਦੇ ਨਾਲ
ਫਿਰ ਉਸ ਨਿਰੰਕਾਰ ਦੇ ਦਰਸ਼ਨ ਹੁੰਦੇ ਹਨ। ਲੋਏ ਨ ਲੋਈ ਡਿਠ, ਪਿਆਸ ਨਾ ਬੂਝੈ ਮੂਹ ਘਣੀ, ਨਾਨਕ ਸੇ ਅਖੜੀਆਂ ਬੇਅੰਨ, ਜਿਨੀ ਡਸੰਦੋ ਮਾ ਪਿਰੀ। ਹਜ਼ੂਰ ਕਹਿੰਦੇ ਇਹ ਅੱਖਾਂ ਤੇ ਸੰਸਾਰ ਨੂੰ ਵੇਖਣ ਵਾਲੀਆਂ ਹਨ, ਪਰ ਨਿਰੰਕਾਰ ਨੂੰ ਦੇਖਣ ਵਾਲੀਆਂ ਅੱਖਾਂ ਸੂਖਮ ਹਨ, ਜਿਨ੍ਹਾਂ ਤੇ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਜਿਨ੍ਹਾਂ ਤੇ ਨਜ਼ਰੇ ਕਰਮ ਕਰਦਾ ਹੈ, ਉਹਨਾਂ ਨੂੰ ਪ੍ਰੋਖ ਤੇ ਅਪਰੋਕਸ਼ ਗਿਆਨ ਦੀਆਂ ਅੱਖਾਂ ਪ੍ਰਦਾਨ ਕਰ ਦਿੰਦਾ ਹੈ। ਫਿਰ ਉਹਨਾਂ ਦੀ ਐਸੀ ਦ੍ਰਿਸ਼ਟੀ ਬਣ ਜਾਂਦੀ ਹੈ, ਵੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹੋ ਦਿਸੈ ਜਾਹਰਾ। ਫਿਰ ਉਹਨਾਂ ਨੂੰ ਵਾਹਿਗੁਰੂ ਪ੍ਰਤੱਖ ਹੋ ਕੇ ਦਰਸ਼ਨ ਦੀਦਾਰੇ ਦਿੰਦਾ ਹੈ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਜਿੰਨਾ ਚਿਰ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਨਹੀਂ ਹੋਏ, ਜਿੰਨੇ ਵੀ ਪੁਰਾਤਨ ਰਿਸ਼ੀ ਮੁਨੀ ਸਨ, ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਭਟਕਦੇ ਰਹੇ, ਪਰ ਜਦੋਂ ਉਹਨਾਂ ਨੂੰ ਪ੍ਰਾਪਤੀ ਹੋਈ ਤਾਂ ਉਹ ਸੰਸਾਰ ਦੇ ਵਿੱਚ ਆ ਗਏ, ਕਿਉਂਕਿ ਉਹਨਾਂ ਨੂੰ ਇਹ ਬਹੁਤ ਵੱਡਾ ਭੁਲੇਖਾ ਸੀ ਬਈ ਸ਼ਾਇਦ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਹਾੜਾਂ ਦੇ ਵਿੱਚੋਂ, ਪੱਥਰਾਂ ਦੇ ਵਿੱਚੋਂ, ਜੰਗਲਾਂ ਦੇ ਵਿੱਚੋਂ ਸਾਨੂੰ ਮਿਲੇਗਾ, ਪਰ ਐਸੀ ਕੋਈ ਗੱਲ ਨਹੀਂ ਸੀ। ਬਾਬਾ ਫਰੀਦ ਜੀ ਨੇ ਇਸ ਭੁਲੇਖੇ ਬਾਰੇ ਬਹੁਤ ਸੁੰਦਰ ਲਿਖਿਆ ਹੈ। ਫਰੀਦਾ ਜੰਗਲ ਜੰਗਲ ਕਿਆ ਭਵਹਿ, ਵਣ ਕੰਡਾ ਮੋੜੇ ਹੈ, ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ ਹੈ। ਉਹ ਪਰਮੇਸ਼ਰ ਤਾਂ ਸਾਡੇ ਹਿਰਦੇ ਵਿੱਚ ਵਸ ਰਿਹਾ ਸੀ, ਤੇ ਅਸੀਂ ਉਹਨੂੰ ਬਾਹਰ ਜੰਗਲਾਂ ਦੇ ਵਿੱਚ ਢੂੰਡਦੇ ਰਹੇ, ਕਿਉਂਕਿ ਸਤਿਗੁਰੂ ਮਹਾਰਾਜ ਨੇ, ਸਾਰੇ ਮਹਾਂਪੁਰਖਾਂ ਨੇ ਇਹ ਗੱਲ ਲਿਖੀ ਹੈ, ਉਹ ਪਰਮਾਤਮਾ ਸਾਥੋਂ ਦੂਰ ਨਹੀਂ। ਦਿਲ ਮੈਂ ਖੋਜ ਦਿਲੈ ਦਿਲ ਖੋਜਹੁ, ਇਹੀ ਠੌਰ ਮੁਕਾਮਾ। ਉਹ ਪਰਮਾਤਮਾ ਸਾਡੇ ਦਿਲ ਵਿੱਚ ਬੈਠਾ ਹੈ, ਸਾਡੇ ਹਿਰਦੇ ਵਿੱਚ ਵਸ ਰਿਹਾ ਹੈ, ਪਰ ਦੇਖਣ ਵਾਲੀਆਂ ਅੱਖਾਂ ਹੋਣ ਫਿਰ ਉਹ ਨਜ਼ਰ ਆਉਂਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਐ ਸਦ ਲੋਕੋ ਤੁਸਾਂ ਤੇ ਰਿੱਧੀਆਂ ਸਿੱਧੀਆਂ ਦੇ ਹੀ ਵਿੱਚ ਆਪਣਾ ਮਨ ਪਰਚਾਲਿਆ। ਜੇ ਤੁਸੀਂ ਨਿਰੰਕਾਰ ਦੇ ਦਰਸ਼ਨ ਕਰਨੇ ਹਨ, ਇਹ ਦਿਖਾਵੇ ਨੂੰ, ਪਖੰਡ ਨੂੰ, ਰਿੱਧੀਆਂ ਸਿੱਧੀਆਂ ਦੇ ਮੋਹ ਨੂੰ ਛੱਡਣਾ ਪਵੇਗਾ, ਤਾਂ ਉਸ ਨਿਰੰਕਾਰ ਦੇ ਦਰਸ਼ਨ ਹੋ ਸਕਦੇ ਨੇ। ਹੁਣ ਇਹਨਾਂ ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਪਹਿਲਾਂ ਤੇ ਚਰਚਾ ਕੀਤੀ। ਸਿੱਧ ਗੋਸ਼ਟ ਬਾਣੀ ਪੜ੍ਹ ਕੇ ਦੇਖੋ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹਨਾਂ ਸਿੱਧਾਂ ਨੇ ਕਿਵੇਂ ਕਿਵੇਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਵਾਲ ਕੀਤੇ, ਸਮਰੱਥ ਸਤਿਗੁਰੂ ਨੇ ਕਿਵੇਂ ਕਿਵੇਂ ਇਹਨਾਂ ਦੇ ਜਵਾਬ ਦਿੱਤੇ। ਸਾਰੀ ਗੱਲ ਸਪਸ਼ਟ ਹੋ ਜਾਂਦੀ ਹੈ। ਇਹ ਜਿਹੜੀਆਂ ਅੱਗੇ 4 ਪੌੜੀਆਂ ਆ ਰਹੀਆਂ ਹਨ, ਇਹ ਵੀ ਉਹਨਾਂ ਸਿੱਧਾਂ ਦੇ ਪਰਥਾਏ ਹੀ ਉਚਾਰਨ ਕੀਤੀਆਂ ਹਨ। ਇਹਨਾਂ ਸਿੱਧਾਂ ਨੇ ਜਦੋਂ ਵਾਕ ਚਰਚਾ ਕੀਤੀ, ਉਹਦੇ ਨਾਲ ਇਹਨਾਂ ਨੂੰ ਸਫਲਤਾ ਨਾ ਮਿਲੀ। ਫਿਰ ਇਹਨਾਂ ਰਿੱਧੀਆਂ ਸਿੱਧੀਆਂ ਦੇ ਪਰਚੇ ਲਾ ਕੇ ਗੁਰੂ ਮਹਾਰਾਜ ਨੂੰ ਭਰਮਾਉਣਾ ਚਾਹਿਆ, ਪਰ ਉਹਨਾਂ ਦਾ ਵੀ ਪੂਰਾ ਅਸਰ ਨਾ ਹੋਇਆ। ਅਖੀਰ ਤੇ ਇਹਨਾਂ ਸਿੱਧਾਂ ਨੇ ਨਿੰਮੋ ਚੂਣੇ ਹੋ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ, ਅਸੀਂ ਯੋਗੀ ਹਾਂ, ਤੁਸੀਂ ਵੀ ਯੋਗੀ ਬਣ ਜਾਓ, ਤੁਸੀਂ ਵੀ ਯੋਗ ਦੇ ਚਿੰਨ੍ਹ ਧਾਰਨ ਕਰ ਲਵੋ,
ਤੁਹਾਡੀ ਸੰਸਾਰ ਦੇ ਵਿੱਚ ਜੈ ਜੈਕਾਰ ਹੋਵੇਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਹਾਡੇ ਕਿਹੜੇ ਯੋਗ ਦੇ ਚਿੰਨ੍ਹ ਨੇ ਜਿਨ੍ਹਾਂ ਨੂੰ ਧਾਰਨ ਕਰਕੇ ਜੋਗੀ ਬਣਿਆ ਜਾਂਦਾ ਹੈ? ਤਾਂ ਇਹਨਾਂ ਆਖਿਆ, ਸਭ ਤੋਂ ਪਹਿਲੇ ਨੰਬਰ ਤੇ ਯੋਗੀ ਦੀ ਨਿਸ਼ਾਨੀ ਇਹ ਹੈ, ਕੰਨਾਂ ਦੇ ਵਿੱਚ ਮੁੰਦਰਾ ਤੁਹਾਨੂੰ ਪਾਉਣੀਆਂ ਪੈਣਗੀਆਂ। ਮੁੰਦਰਾ ਫਾਟਕ ਬਨਾਈ ਕਾਨ, ਬਲੌਰ ਦੀਆਂ ਮੁੰਦਰਾਂ ਯੋਗੀ ਕੰਨਾਂ ਵਿੱਚ ਪਾਉਂਦੇ ਸਨ। ਦੂਸਰੇ ਨੰਬਰ ਤੇ ਤੁਹਾਨੂੰ ਇੱਕ ਖੱਪਰ, ਇੱਕ ਚਿੱਪੀ ਵੀ ਧਾਰਨ ਕਰਨੀ ਪਵੇਗੀ। ਤੀਸਰੇ ਨੰਬਰ ਤੇ ਇੱਕ ਝੋਲੀ ਆਪਣੇ ਮੋਢੇ ਤੇ ਟੰਗਣੀ ਪਵੇਗੀ। ਚੌਥੇ ਨੰਬਰ ਤੇ ਤੁਹਾਨੂੰ ਸੁਆਹ ਵੀ ਮਲਣੀ ਪਵੇਗੀ। ਇਹ ਸਾਡੇ ਯੋਗੀਆਂ ਦੇ ਚਿੰਨ੍ਹ ਨੇ। ਸਤਿਗੁਰੂ ਕਹਿਣ ਲੱਗੇ, ਭਾਈ ਕੁਝ ਹੋਰ ਕਹਿੰਦੇ, ਤੁਹਾਨੂੰ ਖਿੰਥਾ ਵੀ, ਗੋਦੜੀ ਵੀ ਪਹਿਨਣੀ ਪਵੇਗੀ। ਇਹ ਵੀ ਇੱਕ ਯੋਗੀ ਦੀ ਪੁਸ਼ਾਕ ਹੈ, ਯੋਗੀ ਦੀ ਡਰੈਸ ਹੈ। ਅਤੇ ਨਾਲ ਹੀ ਤੁਹਾਨੂੰ ਯੋਗ ਦੀ ਜੁਗਤੀ ਪ੍ਰਾਣਾਯਾਮ ਵੀ ਸਿੱਖਣਾ ਪਵੇਗਾ। ਅਤੇ ਇਸ ਦੇ ਨਾਲ ਨਾਲ ਯੋਗੀ ਲੋਕ ਇੱਕ ਡੰਡਾ ਵੀ ਪਕੜਦੇ ਸਨ। ਅਕਸਰ ਜਿੰਨੇ ਵੀ ਪੁਰਾਣੇ ਸਾਧੂ ਸਨ, ਉਹ ਹੱਥ ਵਿੱਚ ਡੰਡਾ ਪਕੜਦੇ ਸਨ। ਆਮ ਲੋਕੀ ਵੀ, ਬਜ਼ੁਰਗ ਹੱਥ ਵਿੱਚ ਡੰਡਾ ਫੜਦੇ ਸਨ। ਇਹ ਜਿਹੜਾ ਡੰਡਾ ਹੈ, ਇਹ ਇੱਕ ਸ਼ਕਤੀ ਦਾ ਪ੍ਰਤੀਕ ਹੈ। ਆਮ ਤੌਰ ਤੇ ਆਪਾਂ ਕਹਿ ਦਿੰਦੇ ਹਾਂ ਵੀ ਜਦੋਂ ਕਿਤੇ ਆਦਮੀ ਨੇ ਰਾਤ ਨੂੰ ਸਫ਼ਰ ਕਰਨਾ ਹੋਵੇ ਜਾਂ ਦਿਨੇ ਵੀ ਇਕੱਲੇ ਨੇ ਜਾਣਾ ਹੋਵੇ ਤਾਂ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਕੁੱਤੇ ਬਿੱਲਿਆਂ ਤੋਂ ਬਚਣ ਦੇ ਲਈ ਡੰਡਾ ਜ਼ਰੂਰ ਰੱਖਣਾ ਚਾਹੀਦਾ ਹੈ। ਦੂਸਰੇ ਨੰਬਰ ਤੇ ਇਹ ਜਿਹੜਾ ਡੰਡਾ ਹੈ, ਇਹ ਵਿਗੜਿਆਂ ਤਿਗੜਿਆਂ ਨੂੰ ਸਮਝਾਉਣ ਦਾ ਵੀ ਇੱਕ ਪੀਰ ਮੰਨਿਆ ਹੋਇਆ ਹੈ। ਜਿਵੇਂ ਆਮ ਤੌਰ ਤੇ ਸਾਡੀ ਪੰਜਾਬੀ ਦੀ ਕਹਾਵਤ ਹੈ, ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ ਹੁੰਦਾ ਹੈ। ਇਹ ਜਿਹੜੇ ਯੋਗੀ ਸਨ, ਇਹ ਡੰਡਾ ਵੀ ਰੱਖਦੇ ਸਨ। ਔਰ ਇਹ ਉਸ ਡੰਡੇ ਦੇ ਨਾਲ ਕਈ ਨਾਟਕ ਚੇਟਕ ਕਰ ਕਰਕੇ, ਕਈ ਤਰ੍ਹਾਂ ਦੇ ਤਮਾਸ਼ੇ ਜੇ ਕਰ ਕਰਕੇ ਲੋਕਾਂ ਨੂੰ ਵਿਖਾਉਂਦੇ ਸਨ। ਇਹ ਕਹਿੰਦੇ ਇਹ ਵੀ ਇੱਕ ਯੋਗੀ ਦੀ ਨਿਸ਼ਾਨੀ ਹੈ। ਤੇ ਇਸ ਦੇ ਨਾਲ ਨਾਲ ਇਹਨਾਂ ਨੇ ਇਹ ਗੱਲ ਆਖੀ, ਸਾਡੇ ਯੋਗੀਆਂ ਦੇ 12 ਪੰਥ ਨੇ, ਉਹਨਾਂ 12 ਪੰਥਾਂ ਵਿੱਚੋਂ ਇੱਕ ਆਈ ਪੰਥ ਹੈ, ਉਹ ਸਭ ਤੋਂ ਉੱਤਮ ਹੈ। ਤੁਸੀਂ ਆਈ ਪੰਥੀ ਯੋਗੀ ਬਣ ਜਾਓ, ਤੁਹਾਡੀ ਸਾਰੇ ਸੰਸਾਰ ਦੇ ਵਿੱਚ ਜੈ ਜੈਕਾਰ ਹੋਵੇਗੀ। ਆਈ ਪੰਥ ਕਿਵੇਂ ਚੱਲਿਆ, ਇਹਦੇ ਬਾਰੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ। ਇੱਕ ਆਈ ਨਾਮ ਦੀ ਮਾਈ ਗੋਰਖਨਾਥ ਦੇ ਕੋਲ ਆਈ। ਉਹਨੇ ਬਹੁਤ ਪ੍ਰੇਮ ਦੇ ਨਾਲ ਗੋਰਖਨਾਥ ਦੀ ਸੇਵਾ ਕੀਤੀ। ਅਖੀਰ ਤੇ ਉਸ ਮਾਈ ਨੇ ਗੋਰਖਨਾਥ ਨੂੰ ਬੇਨਤੀ ਕੀਤੀ, ਕਹਿਣ ਲੱਗੀ, ਮੇਰੇ ਘਰ ਦੇ ਵਿੱਚ ਪੁੱਤਰ ਹੋਣਾ ਚਾਹੀਦਾ ਹੈ। ਗੋਰਖਨਾਥ ਨੇ ਅੱਗੋਂ ਆਖਿਆ, ਪੁੱਤਰ ਦਾ ਮਤਲਬ ਇਹ ਹੈ ਵੀ ਕੁਲ ਚੱਲਦੀ ਰਵੇ, ਪੀੜ੍ਹੀ ਚੱਲਦੀ ਰਵੇ। ਮੈਂ ਹੁਣ ਯੋਗੀ ਹਾਂ, ਜਤੀ ਵੀ ਹਾਂ, ਬ੍ਰਹਮਚਾਰੀ ਵੀ ਹਾਂ। ਮੈਂ ਤੇਰੇ ਨਾਂ ਤੇ ਇੱਕ ਪੰਥ ਚਲਾ ਸਕਦਾ ਹਾਂ, ਤੇਰੀ ਨਾਦੀ ਕੁਲ ਚਲਾ ਸਕਦਾ ਹਾਂ, ਪਰ ਵੈਸੇ ਮੈਂ ਪੁੱਤਰ ਨਹੀਂ ਦੇ ਸਕਦਾ। ਚੱਲ ਉਹ ਮਾਈ ਇਸ ਗੱਲ ਤੇ ਪ੍ਰਸੰਨ ਹੋ ਗਈ। ਗੋਰਖਨਾਥ ਨੇ ਉਸ ਆਈ ਨਾਮ ਦੀ ਮਾਈ ਦੇ ਨਾਮ ਤੇ ਪੰਥ ਚਲਾਇਆ ਸੀ, ਜਿਸ ਨੂੰ ਆਈ ਪੰਥ ਕਹਿੰਦੇ ਨੇ, ਕਿਉਂਕਿ ਮਾਈ ਨੇ ਸੇਵਾ ਬਹੁਤ ਕੀਤੀ ਸੀ। ਉਹਦੇ ਨਾਂ ਤੇ ਗੋਰਖਨਾਥ ਨੇ ਆਈ ਪੰਥ ਚਲਾਇਆ। ਇਹ ਕਹਿਣ ਲੱਗੇ, ਮਹਾਰਾਜ ਤੁਸੀਂ ਆਈ ਪੰਥੀ ਯੋਗੀ ਬਣ ਜਾਓ, ਤੁਹਾਡੀ ਸੰਸਾਰ ਦੇ ਵਿੱਚ ਬੱਲੇ ਬੱਲੇ ਹੋਵੇਗੀ। ਤੇ ਇਹਦੇ ਨਾਲ ਹੀ ਮਹਾਰਾਜ ਇੱਕ ਸਾਡੇ ਸਿੱਧਾਂ ਦਾ ਬੋਲਾ ਹੈ, ਅਸੀਂ ਜਦੋਂ ਵੀ ਮਿਲਦੇ ਹਾਂ, ਅਸੀਂ ਆਪਣੇ ਗੁਰੂ ਗੋਰਖ ਨੂੰ ਆਦੇਸ਼ ਆਦੇਸ਼ ਕਹਿ ਕੇ ਪੁਕਾਰਦੇ ਹਾਂ। ਆਦੇਸ਼ ਦਾ ਮਤਲਬ ਹੈ ਨਮਸਕਾਰ, ਆਦੇਸ਼ ਦਾ ਮਤਲਬ ਹੈ ਪ੍ਰਣਾਮ।
ਆਦੇਸ਼ ਦਾ ਮਤਲਬ ਹੈ ਅਸੀਂ ਮੱਥਾ ਟੇਕਦੇ ਹਾਂ। ਜਿਵੇਂ ਆਮ ਤੌਰ ਤੇ ਵੱਖੋ ਵੱਖਰੇ ਧਰਮਾਂ ਦੀਆਂ ਬੋਲੀਆਂ ਨੇ, ਕੋਈ ਨਮਸਤੇ ਕਹਿ ਕੇ ਅਗਲੇ ਦਾ ਸਨਮਾਨ ਕਰਦਾ ਹੈ ਤੇ ਕੋਈ ਰਾਮ ਰਾਮ ਕਹਿ ਕੇ ਦੂਸਰੇ ਨੂੰ ਮੁਖਾਤਬ ਹੁੰਦਾ ਹੈ ਅਤੇ ਆਪੋ ਆਪਣੇ ਢੰਗ ਦੇ ਨਾਲ ਕੁਝ ਨਾ ਕੁਝ ਬੋਲੀ ਹਰ ਕੋਈ ਬੋਲਦੇ ਨੇ। ਇਹ ਜਿਹੜੇ ਗੋਰੇ ਲੋਕ ਨੇ ਮਾਰਨਿੰਗ ਵਗੈਰਾ ਹੋਰ ਇਸ ਤਰ੍ਹਾਂ ਦੀ ਆਪਣੀ ਬੋਲੀ ਦੇ ਵਿੱਚ ਰਿਸਪੈਕਟ ਕਰਦੇ ਹਨ, ਪਰ ਜਿਹੜਾ ਸਿੱਖ ਧਰਮ ਹੈ ਇਹਦੇ ਵਿੱਚ ਸਭ ਤੋਂ ਉੱਤਮ ਸਤਿ ਸ੍ਰੀ ਅਕਾਲ ਤੇ ਅੰਮ੍ਰਿਤਧਾਰੀ ਸਿੰਘਾਂ ਦੇ ਲਈ ਵਾਹਿਗੁਰੂ ਜੀ ਕੀ ਫਤਿਹ ਹੀ ਸਭ ਤੋਂ ਉੱਤਮ ਨਾਅਰਾ ਹੈ। ਇਹਨਾਂ ਯੋਗੀਆਂ ਦਾ ਬੋਲਾ ਸੀ ਆਦੇਸ਼ ਆਦੇਸ਼। ਇਹ ਆਪਣੇ ਗੁਰੂ ਗੋਰਖ ਲਈ ਇਹ ਸ਼ਬਦ ਵਰਤਦੇ ਸਨ, ਆਦੇਸ਼ ਬਾਬਾ ਆਦੇਸ਼। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਇੱਕ ਅਕਾਲ ਦੇ ਪੁਜਾਰੀ ਸਨ। ਉਹਨਾਂ ਇਹਨਾਂ ਸਿੱਧਾਂ ਨੂੰ ਆਖਿਆ ਕਿ ਸਿੱਧ ਲੋਕੋ, ਅਸੀਂ ਤਾਂ ਸਿਰਫ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਨਮਸਕਾਰ ਕਰਦੇ ਹਾਂ, ਉਹਦੇ ਅੱਗੇ ਹੀ ਸਾਡਾ ਸੀਸ ਝੁਕਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਚਾਹੇ ਗੋਰਖਨਾਥ ਵਰਗੇ ਸ਼ਕਤੀਆਂ ਵਾਲੇ ਯੋਗੀ ਨੇ, ਸਿੱਧ ਨੇ, ਨਾਥ ਨੇ, ਚਾਹੇ ਇਹਨਾਂ ਦੇ ਵੀ ਪੂਰਵਜ ਸ਼ਿਵ ਜੀ, ਬ੍ਰਹਮਾ ਵਿਸ਼ਨੂੰ ਵਰਗੇ ਦੇਵਤੇ ਨੇ, ਸਾਡਾ ਸੀਸ ਕਿਸੇ ਅੱਗੇ ਨਹੀਂ ਝੁਕ ਸਕਦਾ। ਹੁਣ ਇਹਨਾਂ ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਯੋਗੀਆਂ ਦੇ ਚਿੰਨ੍ਹ ਲਿਆ ਕੇ ਭੇਟ ਕਰ ਦਿੱਤੇ। ਕਹਿਣ ਲੱਗੇ, ਮਹਾਰਾਜ ਆਹ ਲਓ ਸਾਡੇ ਯੋਗ ਮਤ ਦੇ ਚਿੰਨ੍ਹ ਤੇ ਇਹਨਾਂ ਨੂੰ ਧਾਰਨ ਕਰ ਲਓ ਤੇ ਯੋਗੀ ਬਣ ਜਾਓ, ਸਾਡੇ ਪੂਜ ਬਣ ਜਾਓ। ਅਸੀਂ ਸਾਰੇ ਤੁਹਾਡੀ ਆਗਿਆ ਮੰਨਾਂਗੇ, ਤੁਹਾਡਾ ਹੁਕਮ ਮੰਨਾਂਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਨੂੰ ਕੋਈ ਤੁਹਾਡਾ ਵੱਡਾ ਵਡੇਰਾ ਬਣਨ ਦੀ ਕੋਈ ਇੱਛਾ ਨਹੀਂ। ਅਸੀਂ ਤੇ ਵਾਹਿਗੁਰੂ ਦੇ ਦਾਸ ਹਾਂ। ਇਸ ਲਈ ਸਾਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਉਣ ਦੇ ਲਈ ਸੰਸਾਰ ਦੇ ਵਿੱਚ ਭੇਜਿਆ ਹੈ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਦੂਸਰੀ ਸਾਡੀ ਡਿਊਟੀ ਇਹ ਲੱਗੀ ਹੋਈ ਹੈ, ਜਿਹੜੇ ਕਈ ਲੋਕ ਆਪਣੇ ਆਪ ਨੂੰ ਧਾਰਮਿਕ ਵੀ ਅਖਵਾਉਂਦੇ ਹਨ, ਚੱਲੇ ਤਾਂ ਅਸੀਂ ਇਸੇ ਇੱਛਾ ਨੂੰ ਲੈ ਕੇ ਵੀ ਅਸੀਂ ਅਕਾਲ ਪੁਰਖ ਨੂੰ ਮਿਲਣਾ ਹੈ, ਵਾਹਿਗੁਰੂ ਦੇ ਨਾਲ ਮਿਲਣਾ ਹੈ, ਪਰ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਨੇ, ਦੁਨੀਆ ਦੀਆਂ ਵਡਿਆਈਆਂ ਨੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ ਹੈ। ਉਹ ਜਿਹੜੇ ਲੋਕ ਅਧਵਾਟੇ ਰੁਕੇ ਹੋਏ ਨੇ, ਅਸੀਂ ਉਹਨਾਂ ਨੂੰ ਧੁਰ ਮੰਜ਼ਲ ਤੇ ਅਪੜਾਉਣ ਲਈ ਆਏ ਹਾਂ। ਇਹ ਸਾਡੀ ਡਿਊਟੀ ਅਕਾਲ ਪੁਰਖ ਵੱਲੋਂ ਲੱਗੀ ਹੋਈ ਹੈ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ ਬੀਚੈ ਅਟਕਿਓ ਚੀਤ। ਇਹ ਉਹਨਾਂ ਰਿੱਧੀ ਸਿੱਧੀ ਵਾਲੇ ਸਾਧੂਆਂ ਦੀ ਗੱਲ ਹੈ। ਚੱਲੇ ਤਾਂ ਅਸੀਂ ਰੱਬ ਨੂੰ ਮਿਲਣ ਵਾਸਤੇ ਹੀ, ਪਰ ਉਹਨਾਂ ਦਾ ਚਿੱਤ ਰਿੱਧੀਆਂ ਸਿੱਧੀਆਂ ਸਿੱਖੀ ਸੇਵਕੀ ਮਾਇਆ ਦੀ ਵਡਿਆਈ ਦੇ ਵਿੱਚ ਹੀ ਫਸ ਗਿਆ। ਉਹਨਾਂ ਨੇ ਇਹੀ ਸੋਚ ਲਿਆ ਵੀ ਬੰਦਗੀ ਦਾ ਫਲ ਇਹੀ ਹੈ ਵੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਤੋਂ ਪੂਜਾ ਕਰਵਾਓ, ਦੁਨੀਆ ਵਿੱਚ ਜੈ ਜੈਕਾਰ ਕਰਵਾਓ, ਬਸ ਇਹੀ ਭਗਤੀ ਦਾ ਬੰਦਗੀ ਦਾ ਫਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਨਹੀਂ, ਇਹਨਾਂ ਰਿੱਧੀਆਂ ਸਿੱਧੀਆਂ ਦੇ ਨਾਲ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਬਾਹਰਲੇ ਯੋਗ ਦੇ ਚਿੰਨ੍ਹ ਧਾਰਨ ਕਰਨ ਦੀ ਥਾਂ ਦੈਵੀ ਗੁਣ, ਜਿਨ੍ਹਾਂ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਪਿੱਛੇ ਆਖਿਆ ਸੀ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਜਿਹੜੇ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਹਨ ਉਹ ਬੜੇ ਹੀ ਅਮੋਲਕ ਹਨ। ਹਜ਼ੂਰ ਕਹਿਣ ਲੱਗੇ, ਬਾਹਰਲੇ ਚਿੰਨ੍ਹਾਂ ਨੂੰ ਧਾਰਨ ਕਰਕੇ ਨਹੀਂ,
ਸ੍ਰੇਸ਼ਟ ਗੁਣਾਂ ਨੂੰ ਧਾਰਨ ਕਰਕੇ ਤੁਸੀਂ ਜੋਗੀ ਬਣ ਸਕਦੇ ਹੋ। ਉਹ ਕਿਹੜੇ ਕਿਹੜੇ ਗੁਣ ਨੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ 4 ਪੌੜੀਆਂ ਦੇ ਅੰਦਰ ਉਹਨਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।